रुत लेखा माधो लाल हुसैन दी वेल। जोड़ है ये नजम हुसैन दा जोड़िया। रुत करदी नित लेखा, रुत पढ़दी आप पहाड़े, रुत गिणदी पौण सवाए, मोटे छिल्लड़ इक्को हथ बुहारदी, रुत लेस घेस सब करदी ढेरियां, नंगे बंदे कड कड पाल खलारदी, नंगियां बंदियां उत्तों पानी वारदी, जाओ अज जम्मिओ तुहाडी रत सान, भावें 100 तकरीरां सीरे, पर दूती देण बोतलां, पाण सिरड़ दी सत है, जाओ अज जम्मिओ तुहाडी गुड़ती विस है, लख लख वारी पुणी कौड़ ਜਿਹੜੀ ਲਵੇ ਨਾ ਖਟਿਆਂ ਮਿੱਠਿਆਂ। ਰੁੱਤ ਕੀ ਹੈ ਇਹ ਪੁੱਛ ਆਪ ਹੀ ਚੇਤੇ ਵਿੱਚ ਸਿਆਲ ਉਨ੍ਹਾਲ ਲੈ ਆਉਂਦੀ ਏ। ਤਾਂ ਰੁੱਤ ਸਿਆਲ ਉਨ੍ਹਾਲ ਦੀ ਵੰਡ ਦਾ ਨਾਂ ਏ, ਪਰ ਇਹ ਤਾਂ ਮੋਟੀ ਵੰਡ ਏ। ਇਹ 2 ਰੁੱਤਾਂ ਅੱਗੇ 4 ਰੁੱਤਾਂ ਵਿੱਚ 12 ਮਹੀਨਿਆਂ ਵਿੱਚ ਤੇ ਦਿਨਾਂ ਵਿੱਚ ਵੰਡੀਜਦੀਆਂ ਨੇ। ਰੁੱਤਾਂ ਦੀ ਇਸ ਵੰਡ ਪਿੱਛੇ ਸੰਗ ਏ ਵਾਹ ਸਿੱਜ ਪਾਣੀ ਮਿੱਟੀ ਦਾ। ਹਰ ਪਲ ਟੁਰਦਾ ਸੁਰਜਨ, ਵਗਦਾ ਪਾਣੀ, ਝੁਲਦੀ ਵਾਹ ਦਾ ਸੰਗ ਟੁਰਨ ਈ ਰੁੱਤਾਂ ਬਣਾਉਂਦਾ ਤੇ ਬਦਲਦਾ ਏ। ਰੁੱਤ ਸੁਨੇਹਾ ਏ ਹਰ ਘੜੀ ਨਵੇਂ ਹੋਵਣ ਦਾ, ਟੁਰਨ ਦਾ, ਬਦਲਣ ਦਾ, ਸੰਗ ਰਲਣ ਦਾ। ਲੇਖਾ ਲਿਖਤ ਏ, ਦਸਤਖਤ, ਲਾਈਨ, ਡਰਾਇੰਗ, ਚਿੱਤਰ, ਪਸੰਦ, ਪੌੜੀ, ਹਾਲਤ, ਫੈਸ਼ਨ, ਹਿਸਾਬ ਕਿਤਾਬ। ਰੁੱਤ ਦੀ ਲਿਖਤ ਏ ਕਵਿਤਾ। ਰੁੱਤ ਦਾ ਨਿਸ਼ਾਨ ਏ ਜਾਂ ਫਿਰ ਰੁੱਤ ਦਾ ਕੀਤਾ ਹਿਸਾਬ ਏ। ਪਰਖ ਪੜਚੋਲ ਏ। ਖਾਤੇ ਵਿੱਚ ਦਾਖਲ ਖਾਰਜ ਦਾ ਹਿਸਾਬ ਏ ਰੁੱਤ। ਇਸ ਰੁੱਤ ਲੇਖਾ ਦਾ ਮਾਧੋ ਲਾਲ ਹੁਸੈਨ ਨਾਲ ਕੀ ਸੰਬੰਧ ਏ? ਜੋ ਵੇਲ ਬਣਿਆ ਏ ਮਾਧੋ ਲਾਲ ਹੁਸੈਨ ਦੀ। ਹੁਸੈਨ ਤਾਂ ਵਿਹਾਰੀ ਲੇਖਿਓਂ ਬਾਹਰ ਏ। ਅਨੀ ਹੁਸੈਨੋ ਜੁਲਾਹਾ, ਨਾ ਉਸ ਮੂਲ ਨਾ ਲਾਹਾ। ਮੂਲ ਤੇ ਲਾਹਾ ਹੀ ਲੇਖਾ ਬਣੀਂਦਾ ਏ। ਹੁਸੈਨ ਤਾਂ ਜੁਲਾਹਾ ਏ। ਜੁਲਾਹ ਕੱਪੜਾ ਬਣਾਉਣ ਵਾਲਾ, ਧਾਗਿਆਂ ਦੇ ਤਾਨੇ ਪੇਟੇ ਵਿੱਚ ਨੰਗ ਕੱਜਣ ਵਾਲਾ। ਹੁਸੈਨ ਲਾਲ ਅਖਵਾਇਆ ਆਪਣੇ ਬਾਣੇ ਤੇ ਇਸ਼ਕ ਪਾਰੂ। ਮਾਧੋ ਹਿੰਦੂ ਮੁੰਡਾ ਹੁਸੈਨ ਦਾ ਸੰਗ ਅਜਿਹਾ ਬਣਿਆ ਜੋ ਦੋਹਾਂ ਦੇ ਨਾਂ ਵੀ ਇੱਕ ਹੋਏ। ਹਰ ਪਲ ਹੋਵਣਹਾਰਾ ਹੈ ਹੁਸੈਨ। ਨਵੇਂ ਜਿਉਣ ਦਾ ਸੱਦਾ ਦੇਂਦਾ, ਨੱਚਦਾ ਗਾਉਂਦਾ, ਸਭ ਨਾਲ ਇੱਕ ਸੁਰ। ਹੁਸੈਨ ਤੂੰ ਧੜਕਾ ਏ ਚਾਲੂ ਵਿਹਾਰ ਨੂੰ। ਹੁਸੈਨ ਦਿੱਤੀ ਸੁਰਤ ਜਾਗ ਪਈ ਹਰ ਜੀ ਅੰਦਰ, ਤਾਂ ਕੀ ਬਣ ਸੀ। ਜੀਵਨ ਦੀ ਅਸਲ ਖੁੱਲ੍ਹ ਜੋ ਹੁਸੈਨ ਨੇ ਮਾਣੀ, ਉਹ ਕਮੀਆਂ ਮਾੜਿਆਂ ਹੀਣਿਆਂ ਵੀ ਮਾਣ ਲਈ, ਤਾਂ ਸਾਰਾ ਵਿਹਾਰ ਉਲਟ ਜਾਪਸੀ। ਉਸ ਹੁਸੈਨ ਦੀ ਵੇਲ ਏ ਇਹ ਕਵਿਤਾ ਜੋ ਆਪ ਨਿਸ਼ਾਨ ਏ ਰੁੱਤ ਦਾ। ਮਾਧੋ ਲਾਲ ਹੁਸੈਨ ਇੱਕ ਆਜ਼ਾਦ ਜੀਅ ਏ ਜੋ ਨਵੀਂ ਰੁੱਤ ਨਵੇਂ ਵੇਲੇ ਦੀ ਬਣਾਈ ਹਸਤੀ ਏ, ਜਿਸ ਤੇ ਚਾਲੂ ਵਿਹਾਰ ਦਾ ਜ਼ਹਿਰ ਅਸਰ ਨਹੀਂ ਕਰਦਾ। ਰੁੱਤ ਦਾ ਬਣਾਇਆ ਹੋਇਆ ਏ ਲਾਲ ਹੁਸੈਨ। ਲਾਲ ਕੱਪੜੇ ਪਾਉਂਦਾ ਏ। ਨਵੀਂ ਰੁੱਤ ਦੇ ਡੁੱਸ ਲਾਲ ਰੰਗੇ ਹੁੰਦੇ ਨੇ। ਲਾਲ ਰੰਗ
ਜੀਵਨ ਨਾਲ ਇਸ਼ਕ ਦਾ ਨਿਸ਼ਾਨ ਹੈ। ਕਲੰਦਰਾਂ ਦਾ ਰੰਗ ਵੀ ਰੱਤਾ ਹੁੰਦਾ ਹੈ। ਪੀਲਾ ਜ਼ਾਤੀ ਇਸ਼ਕ ਦਾ ਤੇ ਹਰਾ ਰੰਗ ਵਿਹਾਰੀ ਇਸ਼ਕ ਦਾ ਨਿਸ਼ਾਨ ਬਣਿਆ ਹੈ ਲੋਕ ਸੁਰਤ ਅੰਦਰ। ਕਿਤਾਬ ਬਾਰ ਦੀ ਵਾਰ ਦੇ ਅਖੀਰ ਤੇ ਇਹ ਕਵਿਤਾ ਛਪੀ ਹੈ। ਇਹ ਕਿਤਾਬ 1969 ਵਿੱਚ ਮਜਲਿਸ ਸ਼ਾਹ ਹੁਸੈਨ ਵੱਲੋਂ ਛਪੀ। ਰੁੱਤ ਲੇਖਾ ਕਰਿੰਦੀ ਹੈ, ਪਹਾੜੇ ਪੜਦੀ ਹੈ। ਪਹਾੜਾ ਜ਼ਰਬ ਦੇ ਕੇ ਬਣਦਾ ਹੈ, ਜ਼ਰਬ ਵਾਧਾ ਹੈ। ਇੱਥੇ ਰੁੱਤ ਲੇਖਾ ਕਰਨ ਲੱਗੀ ਹੈ ਪਹਾੜੇ ਪੜ੍ਹ ਕੇ, ਜ਼ਰਬਾਂ ਦੇ ਕੇ। ਰੁੱਤ ਦੀ ਜ਼ਰਬ ਮਲ ਵਿਹਾਰ ਦੇ ਲਾਹੇ ਤੇ ਚੜ੍ਹਤ ਦੇ ਹਿਸਾਬ ਦੀ ਜ਼ਰਬ ਨਹੀਂ। ਇਹ ਜ਼ਰਬ ਸੱਟ ਏ ਜੋ ਲੱਗਦੀ ਏ ਤੇ ਕੱਚ ਪੱਕ ਨਿਖੜਦਾ ਏ। ਚੋਟ ਏ ਜੋ ਤਨ ਜਰਦੇ ਮਨ ਸਹਿੰਦੇ ਆਏ ਜੁਗਾਂ ਤੋਂ। ਉਹਨਾਂ ਦਾ ਬਰੀਕ ਹਿਸਾਬ ਏ ਰੁੱਤ ਕੋਲ, ਜਿਸ ਵਿੱਚ ਪੌਣਾ ਯਾਨੀ ਚੌਥਾ ਹਿੱਸਾ ਘੱਟ ਪੂਰੇ ਵਿੱਚੋਂ ਤੇ ਸਵਾਇਆ ਚੌਥਾ ਹਿੱਸਾ ਵੱਧ ਪੂਰੇ ਤੋਂ, ਉਹ ਵੀ ਸ਼ਾਮਿਲ ਹੈ। ਮੋਟਾ ਛਿੱਲੜ ਵਾਧੂ ਹੈ, ਸਰਪਲਸ ਹੈ। ਜੋ ਵਰਤੋਂ ਤੋਂ ਵੱਧ ਹੋਏ ਸਵਾਇਆ ਹੈ। ਵਾਧੂ ਨੂੰ ਰੁੱਤ ਇੱਕ ਹੱਥ ਨਾਲ ਹੂੰਜ ਦਿੰਦੀ ਹੈ। ਜਿਵੇਂ ਵਾਹ ਝੁੱਲੇ ਤਾਂ ਪੱਤਰ ਝੜ ਪੈਂਦੇ ਨੇ, ਬੇਵਸ ਜਿਹੇ ਹੋ ਭੋਏ ਲੈ ਵਹਿੰਦੇ ਨੇ। ਲੇਸ ਤੇ ਘੇਸ ਦੋ ਸੰਦ ਨੇ ਮਲ ਵਿਹਾਰ ਦੇ ਵੱਡੇ। ਲੇਸ ਹੈ ਚੰਬੜ ਜਾਣਾ ਕਿਸੇ ਸ਼ੈ ਨਾਲ, ਚੰਬੜਾ ਨਹੀਂ ਮਲ ਬਣਾਉਂਦਾ ਏ। ਘੇਸ ਵੱਟਣ ਹੁੰਦਾ ਏ ਲੁਕਾਣਾ, ਛੁਪਾਣਾ, ਜ਼ਾਹਰ ਨਾ ਕਰਨਾ। ਜੋ ਅੰਦਰ ਹੈ ਉਸ ਨੂੰ ਘੁੱਟ ਜਾਣਾ। ਬੇਅਮਲ ਇਨਐਕਟਿਵ ਸਮਝ ਲਓ। ਇਨਐਕਟਿਵ ਹੋਣਾ ਵੀ ਘੇਸ ਵੱਟਣ ਹੈ। ਰੁੱਤ ਕੋਲ ਚੰਬੜਨ ਜਾਂ ਖਲੋਣ ਤਾਂ ਹੈ ਹੀ ਨਹੀਂ। ਰੁੱਤ ਤਾਂ ਹੈ ਟੋਰਾ, ਲਗਾਤਾਰ ਟੋਰਾ, ਬਦਲਣ, ਨਵੇਂ ਹੋਵਣ ਤੇ ਨਵੇਂ ਕਰਨ ਦਾ ਪਲ ਹੈ। ਸੋ ਰੁੱਤ ਲੇਸ ਘੇਸ ਲਾ ਕੇ ਢੇਰੀਆਂ ਕਰਦੀ ਤੇ ਨੰਗਾ ਕਰਕੇ ਖਲਿਆਰਦੀ ਏ ਪਾਲੋ ਪਾਲ। ਵਾਧੂ ਪਾਏ ਹੋਏ ਮੋਟੇ ਛਿੱਲੜ ਤੇ ਲੇਸ ਘੇਸ ਦੇ ਉਛਾੜ ਲਾ ਕੇ ਕੁਦਰਤ ਸਰਜੇ ਰੂਪ ਵਿੱਚ ਮੁੜ ਕੇ ਲਿਆਉਂਦੀ ਏ। ਜਾਪਦਾ ਏ ਰੁੱਤ ਆਡਿਟ ਪਈ ਕਰਦੀ ਏ। ਜੋ ਆਡਿਟੇਬਲ ਸੀ ਉਹ ਲੱਥ ਗਿਆ ਏ ਤੇ ਹੁਣ ਬਸ ਨੰਗ ਏ। ਐਸ ਤੇ ਮੁੜ ਕੇ ਉਛਾੜ ਗਲਾਫ ਨਹੀਂ ਚੜ੍ਹਨੇ। ਰੁੱਤ ਦਾ ਕੰਮ ਹੈ ਹੋਂਦ ਦੇਣਾ, ਸਜਰੀ ਨਿਰੋਈ ਹੋਂਦ। ਪਹਾੜਾ ਹਿਸਾਬ ਦੀ ਬੁਨਿਆਦ ਹੈ। ਹਿਸਾਬ ਕਾਰ ਵਪਾਰ ਦੀ ਲੋੜ ਹੋਇਆ। ਹਿਸਾਬ ਨਾ ਹੋਏ ਤਾਂ ਲਾਹੇ ਦਾ ਕਿਵੇਂ ਪਤਾ ਲੱਗੇ। ਉਹੀ ਰੀਤਲ ਪਹਾੜੇ ਪੜ੍ਹ ਕੇ ਹਿਸਾਬ ਚੱਲਦੇ ਨੇ। ਰੁੱਤ ਨਿਤ ਲੇਖਾ ਕਰਿੰਦੀ ਏ ਹਰ ਪਲ ਦਾ, ਹਰ ਘੜੀ ਦਾ। ਸੌਦਾ ਵੇਚਣ ਖਰੀਦਣ ਮਗਰੂ ਨਹੀਂ, ਜੋ ਵਿਹਾਰ ਦਾ ਤੌਰ ਹੈ। ਰੁੱਤ ਆਪ ਪਹਾੜੇ ਪੜ੍ਹਦੀ ਏ, ਕਿਸੇ ਦੇ ਸਿਖਾਏ ਹੋਏ ਨਹੀਂ, ਵੇਲੇ ਦੇ ਪੜ੍ਹਾਏ ਹੋਏ। ਪੌਣਾ, ਸਵਾਇਆ, ਵਜ਼ਨ ਵੀ ਨੇ ਤੇ ਗਿਣਤ ਵੀ। ਹਰ ਪੱਖੋਂ ਲੇਖਾ ਕਰਿੰਦੀ ਏ ਪਈ ਰੁੱਤ। ਨੰਗਿਆਂ ਬੰਦਿਆਂ ਉਤੋਂ ਪਾਣੀ ਵਾਰਦੀ ਏ ਰੁੱਤ। ਪਾਣੀ ਵਾਰਨ ਰਸਮ ਰੀਤ ਏ ਪੁਰਾਣੀ। ਵਿਆਹ ਤੇ ਪਾਣੀ ਵਾਰਿਆ ਜਾਂਦਾ ਏ। ਸੱਸ ਆਪਣੇ ਪੁੱਤਰ ਤੇ ਨਵੀਂ ਨੂੰਹ ਉਤੋਂ ਪਾਣੀ ਵਾਰ ਕੇ ਪੀਂਦੀ ਏ। ਨਵੇਂ ਰਿਸ਼ਤੇ ਬਣਾਉਣ ਕੀਤੇ ਜਾਂ ਆਮਣੀ ਬਲਾ ਮੁਸੀਬਤ ਨੂੰ ਆਪਣੇ ਸਿਰ ਲੈਣ ਕੀਤੇ।
ਰੁੱਤ ਨੇ ਇਹ ਜੀ ਤਿਆਰ ਕਰਕੇ ਪਾਲ ਖਲਿਆਰੇ ਨੇ। ਪਾਲ ਖਲੋਵਣ ਰਿਸ਼ਤਾ ਵੀ ਏ ਹਿੱਕ ਬਏ ਨਾਲ। ਜੁੜ ਖਲੋਣ ਨਾਲ ਹੀ ਪਾਲ ਬਣਦੀ ਏ। ਨੰਗੇ ਰਲ ਕੇ ਪਾਲ ਜੁੜੇ ਨੇ ਤੇ ਸਿਆਣ ਹੋਈਏ ਆਪਣੀ। ਨੰਗੇ ਹੋਵਣ ਐਲਾਨ ਵੀ ਹੈ, ਜੋ ਅਸਾਂ ਆ ਗਏ ਹਾਂ ਹੁਣ ਉਹ ਕਰਸਾਂ ਜੋ ਮਨ ਮਰਜ਼ੀ ਹੀ ਹੈ ਸਾਡੀ। ਰੁੱਤ ਤਿਆਰ ਕਰਕੇ ਵਿਦਿਆ ਕੀਤਾ ਏ ਨਵੇਂ ਜੰਮਿਆਂ ਨੂੰ ਕਿ ਤੁਹਾਡੀ ਰੱਤ ਸਾਣ ਹੈ। ਸਾਣ ਕਸਵੱਟੀ ਹੈ ਜਿਸ ਉੱਪਰ ਟੈਸਟ ਕੀਤਾ ਜਾਂਦਾ ਹੈ। ਸਾਣ 'ਤੇ ਰਗੜ ਕੇ ਕੋਈ ਸ਼ੈ ਤੇਜ਼ ਵੀ ਕੀਤੀ ਜਾਂਦੀ ਹੈ। ਜਾਓ ਹੁਣ ਤੁਹਾਡਾ ਲਹੂ ਤੁਹਾਨੂੰ ਤ੍ਰਿਖਾ ਕਰਸੀ। ਇਹ ਨਿਰੋਇਆ ਏ ਹੁਣ ਤੁਹਾਡੀ ਕਾਟ ਤੇਜ਼ ਕਰਸੀ। ਹੁਣ ਜਿਤਨੀਆਂ ਵੀ ਤਕਰੀਰਾਂ ਦੇ ਸ਼ੀਰੇ ਤੇ ਨਸ਼ੇ ਦੀਆਂ ਬੋਤਲਾਂ ਵੈਰੀ ਭਰ ਤੁਹਾਡੇ ਅੰਦਰ ਲਾਵਣ, ਸਭ ਬੇਅਸਰ ਹੈ। ਵਿਹਾਰੀ ਮਲ ਮੋਹ ਦਾ ਨਸ਼ਾ ਨਾ ਨਾਵੇਂ ਦੀ ਲਿਸ਼ਕ ਹੁਣ ਬੇਅਸਰ ਥੀ ਸੀ ਨਵਿਆਂ ਜੰਮਿਆਂ 'ਤੇ। ਤੁਹਾਡੇ ਅੰਦਰ ਜੋ ਸਿਰੜ ਦੀ ਪਾਣ ਏ ਉਹੀ ਸੱਚ ਏ ਜਿਸ ਝੂਠ ਨਤਾਰਨਾ ਏ। ਪਾਣ ਲਿਸ਼ਕ ਏ, ਕਮਿਟਮੈਂਟ ਏ, ਸੱਤ ਸੱਤਿਆ ਏ, ਤਾਕਤ ਵੀ। ਸੱਜ ਜੰਮਿਆਂ ਨੂੰ ਰੁੱਤ ਨੇ ਪਿੜ ਵਿੱਚ ਉਤਾਰਿਆ ਏ ਵਿਸ ਦੀ ਗੁੜਤੀ ਦੇ ਕੇ। ਵਿਸ ਕੌੜ ਏ ਆਪਣੇ ਅੰਨ ਹੋਵਣ ਦੀ, ਜੋ ਵਰਿਆਂ ਬੱਧੀ ਹੀਣ ਮੇਲ ਪੀਂਦਾ ਆਇਆ ਏ। ਉਹ ਕਾਵੜ ਅੰਦਰੇ ਅੰਦਰ ਪੱਕਦੀ ਵਿਸ ਬਣ ਗਈ ਏ। ਉਸ ਨੂੰ ਕੋਈ ਘਟਾ ਨਹੀਂ ਸਕਦਾ। ਸਦੀਆਂ ਦਾ ਜਰਿਆ ਬੰਦੀ ਹੋਵਣ ਦਾ ਦੁੱਖ ਹੁਣ ਸਖਤ ਬਣ ਕੇ ਅੰਦਰੋਂ ਜਗਿਆ ਹੈ। ਇਹ ਪੁਣੀ ਹੋਈ ਕੌੜ ਏ, ਸਾਫ ਸੁਥਰੀ ਨਿਰਮਲ। ਇਹ ਨਹੀਂ ਲੱਥਣੀ ਹੁਣ ਖੱਟ ਮਿੱਠ ਨਾਲ। ਸਾਂਝ ਸਖਤ ਸਿਆਣ ਦਾ ਨਸ਼ਾ ਏ ਹੁਣ ਜੋ ਇੱਕ ਵਾਰੀ ਚੜ੍ਹ ਜਾਵੇ ਮੁੜ ਨਹੀਂ ਲੈਂਦਾ। ਅੰਦਰ ਦੀ ਇਹ ਵਿਸ ਅਗਲੀ ਰੁੱਤ ਬਣਾਵਸੀ। ਹੁਸੈਨ ਦੀ ਰੁੱਤ ਆਪਣੀ ਹੋਂਦ ਦੀ ਰੁੱਤ ਹੈ। ਹੁਸੈਨ ਦੇ ਹਵਾਲੇ ਨਾਲ ਵਿਸ ਪਿਆਵਣ ਦਾ ਜ਼ਿਕਰ ਤਹਿਕੀਕਾਤੇ ਚਿਸ਼ਤੀ ਦੇ ਸਫਾ ਨੰਬਰ 328-29 ਉੱਤੇ ਦਰਜ ਹੈ। ਲੋਕ ਕਹਾਣੀ ਹੈ ਜੋ ਗੁੱਜਰ ਖਾਨ ਚੰਗਾ ਮਾਲਦਾਰ ਬੰਦਾ ਸੀ ਪਰ ਘਰ ਔਲਾਦ ਨਾ ਹੈ। ਉਸ ਦੀ ਸਵਾਣੀ ਹੁਸੈਨ ਨੂੰ ਦੁਆ ਦੀ ਬੇਨਤੀ ਕੀਤੀ। ਹੁਸੈਨ ਆਖਿਆ ਉਸ ਦੇ ਘਰ ਆਪਸੀ, ਰਾਤ ਰਹਿਸੀ, ਸਵੇਰੇ ਦੁਆ ਕਰਸੀ। ਸਵਾਣੀ ਇੱਕ ਲੌਂਡੀ ਨੂੰ ਹਮਰਾਜ਼ ਬਣਾਇਆ ਤਾਂ ਜੋ ਰਾਤ ਹੁਸੈਨ ਨਾਲ ਲੰਘਾਵੇ। ਲੌਂਡੀ ਦੇ ਮਨ ਆਈ ਜੋ ਵੇਖਾਂ ਹੁਸੈਨ ਮੇਰੀ ਮਾਲਕਣ ਨਾਲ ਕਿਵੇਂ ਰਾਤ ਪਿਆ ਲੰਘਾਉਂਦਾ ਹੈ। ਉਸ ਅੰਦਰ ਝਾਤਿਆ ਤਾਂ ਹੁਸੈਨ ਨੂੰ ਬਾਲ ਬਣ ਮਾਲਕਣ ਦੀ ਚੋਲੀ ਦੁੱਧ ਪੀਂਦਾ ਵੇਖਿਆ। ਸਵੇਰੇ ਹੁਸੈਨ ਦੁਆ ਕਰਕੇ ਪਰਤ ਗਿਆ। ਗੁੱਜਰ ਖਾਨ ਦੇ ਘਰ ਪੁੱਤਰ ਜੰਮਿਆ। ਕੁਝ ਵੇਲਾ ਪਾ ਕੇ ਗੱਲ ਬਾਹਰ ਨਿਕਲ ਗਈ। ਗੁੱਜਰ ਖਾਨ ਤੀ ਕੇ ਗੱਲ ਆਪੜੀ ਤਾਂ ਰੋਹ ਵਿੱਚ ਬਦਲਾ ਲੈਣ ਦੀ ਨੀਅਤ ਕਰਕੇ ਹੁਸੈਨ ਨੂੰ ਘਰ ਦਾਵਤ 'ਤੇ ਸੱਦਿਆ। ਜ਼ਹਿਰੀਲੀ ਸ਼ਰਾਬ ਲਿਆ ਰੱਖੀ ਘਰ। ਹੁਸੈਨ ਨੂੰ ਵਰਤਾਵਣ ਕੀਤੇ ਤਾਂ ਜੋ ਆਪਣੀ ਸਵਾਣੀ ਨਾਲ ਕੀਤੇ ਇਸ ਦੇ ਭੈੜ ਦਾ ਬਦਲਾ ਲੈ ਸਕੇ। ਹੁਸੈਨ ਸ਼ਰਾਬ ਮੰਗੀ। ਗੁੱਜਰ ਖਾਨ ਉਹਾ ਵੇਸਲੀ ਸ਼ਰਾਬ ਭਰ ਪਿਆਲਾ ਦਿੱਤੀ। ਹੁਸੈਨ ਪੀ ਲਈ ਤੇ ਹੋਰ ਮੰਗੀ। ਆਖਣ ਲੱਗੇ ਗੁੱਜਰ ਖਾਨ ਅਸਾਂ ਸ਼ਰਾਬ ਮੰਗੀ ਏ, ਤੂੰ ਪਾਣੀ ਪਿਆਈ ਆਉਣਾ ਏ। ਵੇਸਲੀ ਸ਼ਰਾਬ ਦੀਆਂ ਸਾਰੀਆਂ ਬੋਤਲਾਂ ਹੁਸੈਨ ਪੀ ਲਈਆਂ ਜਿਨ੍ਹਾਂ ਦਾ ਇੱਕ ਰੱਤੀ ਵੀ ਅਸਰ ਨਾ ਹੋਇਆ। ਇਹ ਵੇਖ ਕੇ ਗੁੱਜਰ ਖਾਨ ਵੀ ਹੁਸੈਨ ਦਾ ਮੁਤਕਿਦ ਹੋਇਆ। ਗੱਲ ਵਿਸ ਦੀ ਹੈ। ਉਹ ਵਿਸ
ਜੋ ਵਿਹਾਰ ਦੀ ਬਣਾਈ ਹੋਈ ਹੈ। ਹੁਸੈਨ ਤਾਂ ਹੈ ਹੀ ਵਿਹਾਰੂ ਬਾਹਰਾ, ਹੁਸੈਨ ਦੀ ਹੋਂਦ ਉੱਪਰ ਵਿਹਾਰੀ ਜ਼ਹਿਰ ਕਿਵੇਂ ਅਸਰ ਕਰੇ। ਵਿਹਾਰੀ ਵਿਸ ਅਸਰ ਕਰੇਂਦੀ ਏ ਉਸ 'ਤੇ ਜੋ ਵਿਹਾਰ ਨੂੰ ਮੰਨਦਾ ਹੋਏ, ਜੋ ਵਿਹਾਰ ਤੋਂ ਡਰਦਾ ਹੋਏ, ਵਿਹਾਰ ਦੇ ਦਬਾਅ ਹੇਠ ਹੋਏ, ਜਿਸ ਦਾ ਲਾਹਾ ਟੋਟਾ ਵਿਹਾਰ ਨਾਲ ਜੁੜਿਆ ਹੋਏ, ਜੋ ਮੌਤੋਂ ਅੱਗੇ ਨਿਕਲ ਕੇ ਵਿਹਾਰ ਅੱਗੇ ਡਟ ਖਲੋਵੇ। ਉਸ ਲਈ ਇਹ ਵਿਹਾਰੀ ਵਿਸ ਪਾਣੀ ਸਾਵੀਂ ਹੈ। ਕੁਦਰਤ ਦਾਨ ਹੋਈ ਸਕਤ ਦਾ ਵਸਾ ਹੀ ਹੈ ਜੋ ਵਿਸ ਨੂੰ ਪਾਣੀ ਕਰੇਂਦਾ ਹੈ। ਵਿਸ ਦਾ ਡਰ ਮੌਤ ਪਾਰੂ ਹੋਇਆ, ਜੋ ਮੌਤ ਝਾਗੀ ਖਲਾਏ ਉਸ ਨੂੰ ਇਸ ਵਿਹਾਰੀ ਜ਼ਹਿਰ ਕੀ ਆਖਣਾ ਹੈ। ਇਹੀ ਵਿਸ ਹੈ ਜੋ ਰੁੱਤ ਨੇ ਨਤਾਰ ਪੁਣ ਕੇ ਨਿਮਾਣਿਆਂ ਦੇ ਅੰਦਰ ਉਤਾਰੀ ਹੈ। ਇਹ ਕੋਈ ਪੰਜਾਬ ਦੀ ਕਥ ਨਹੀਂ ਹੈ ਨਿਰੀ। 1960 ਦਾ ਅਖੀਰਲਾ ਵੇਲਾ ਪੂਰੀ ਦੁਨੀਆ ਵਿੱਚ ਉਥਲ ਦਾ ਵੇਲਾ ਸੀ। ਸੁਰਤ ਪਈ ਬਣਦੀ ਹੈ ਜੋ ਬਦਲਾਅ ਨਿਰਾ ਅੰਦਰ ਜਾਂ ਨਿਰਾ ਬਾਹਰ ਬਦਲਣ ਨਾਲ ਨਹੀਂ ਆਉਣਾ। ਸਭ ਬਦਲਣਾ ਹੈ ਤਾਂ ਰੁੱਤ ਬਦਲਣੀ ਹੈ। ਤਬਦੀਲੀ ਆਉਣ ਲੱਗੀ, ਲੋਕਾਂ ਦੀ ਸੋਚ ਬਦਲਣ ਲੱਗੀ, ਨਵੀਆਂ ਤਹਿਰੀਕਾਂ ਟੁਰ ਪਈਆਂ। ਪੈਰਿਸ ਵਿੱਚ ਆਈ ਉਥਲ ਨੇ ਰਾਹ ਵਿਖਾਇਆ, ਜੋ ਕਰਨ ਟੁਰੋ ਤਾਂ ਸਭ ਕਰ ਸਕਦੇ ਹੋ। ਉਸ ਵੇਲੇ ਵਿੱਚ ਲਿਖੀ ਹੈ ਕਵਿਤਾ ਲੋਕ ਵਾਜ ਬਣ ਗਮੀ ਗਈ। ਇਸ ਰਲ ਗਾਵਣ ਸਾਰ ਦਿੱਤੀ ਜੋ ਕੇ ਘਾਟੇ ਸੋਚ ਕਰਨ ਵਿੱਚ ਤੇ ਕਰਨਾ ਕੀ ਹੈ। ਰੁੱਤ ਜਿਉਂਦਿਆਂ ਦੀ ਹੈ, ਜਿਉਂਦੇ ਆਜ਼ਾਦ ਜੀ ਆਪ ਰੁੱਤ ਨੇ। ਚਲਦੇ ਵਿਹਾਰ ਦਾ ਇਨਕਾਰ ਹੈ ਇਹ ਜੋੜ ਜਿਸ ਬੁੱਲਾਂ ਤੇ ਆ ਧਮਾਲ ਪਾਈ। 17 ਵਰ੍ਹਿਆਂ ਦੀ ਵਿੱਥ ਪਾ ਕੇ ਰੁੱਤ ਬਦਲੀ ਤਾਂ ਇਹ ਜੋੜ ਪੁਰਾਣੇ ਬੋਲਾਂ ਵਿੱਚ ਨਵੇਂ ਅੱਖਰ ਜੜ ਕੇ ਮੁੜ ਦਿਲਾਂ ਦੀ ਆਵਾਜ਼ ਬਣਿਆ। 1986 ਵਿੱਚ ਛਪੀ ਕਿਤਾਬ ਖੱਪੇ ਵਿੱਚ ਇਹ ਨਵਾਂ ਜੋੜ ਬਣ ਮੁੜ ਹਾਜ਼ਰ ਥੀਆ, ਨਵੀਂ ਰੁੱਤ ਦਾ ਨਿਸ਼ਾਨ ਬਣ ਕੇ। 17 ਵਰ੍ਹਿਆਂ ਦਾ ਛਾਗਿਆ ਪੰਧ ਵੇਖੋ ਕੀ ਰੰਗ ਲਿਆਇਆ ਏ। ਰੁੱਤ ਲੇਖਾ ਮਾਧੋ ਲਾਲ ਹੁਸੈਨ ਦੀ ਵੇਲ। ਰੁੱਤ ਕਰਦੀ ਨਿਤ ਲੇਖਾ, ਰੁੱਤ ਪੜ੍ਹਦੀ ਆਪ ਪਹਾੜੇ। ਰੁੱਤ ਗਿਣਦੀ ਪੌਣ ਸਵਾਏ, ਮੋਟੇ ਛਿੱਲੜ ਇੱਕੋ ਹੱਥ ਬੁਹਾਰਦੀ। ਰੁੱਤ ਵੇਸ ਪੁਰਾਣੇ ਕਰਦੀ ਢੇਰੀਆਂ, ਨੰਗੇ ਬੰਦੇ ਕੱਢ ਕੱਢ ਪਾਲ ਖਲਾਰਦੀ। ਨੰਗਿਆਂ ਬੰਦਿਆਂ ਉੱਪਰੋਂ ਪਾਣੀ ਵਾਰਦੀ। ਜਾਓ ਅੱਜ ਜੰਮਿਓ ਵਿਸ ਤੁਸਾਡੀ ਗੁੜਤੀ। ਸਦੀਆਂ ਬੱਧੀ ਪੁਣੀ ਕਾਵੜ ਜਿਹੜੀ ਲਵੇ ਨਾ ਖੱਟਿਆਂ ਮਿੱਠਿਆਂ। ਜਾਓ ਅੱਜ ਜੰਮਿਓ ਸਾਨ ਹੈ ਰਤ ਤੁਸਾਡੀ। ਰੰਗ ਤੁਸਾਡਾ ਰੰਗ ਜਗਤ ਦਾ ਹੋਸੀ। ਹੱਥ ਤੁਸਾਡੇ ਮੁੜ ਕੇ ਲਿਖਸਨ ਲੇਖ ਬੰਦੇ ਦੇ। ਜਿਸ ਵੀ ਆਪਣੀ ਪੀੜ ਸੁਝਾਤੀ, ਸੰਗ ਤੁਸਾਡਾ ਹੋਸੀ। ਵੇਲ ਤਾਂ ਮਾਧੋ ਲਾਲ ਹੁਸੈਨ ਦੀ ਹੈ, ਕਿਉਂ ਨਾ ਹੋਵੇ। ਸਾਡੀ ਰੁੱਤ ਮਾਧੋ ਲਾਲ ਹੀ ਤਾਂ ਹੈ। ਪਹਿਲੋਂ ਰੁੱਤ ਲੇਸ ਖੇਸ ਢੇਰੀਆਂ ਕੀਤੀਆਂ, ਹੁਣ ਵੇਸ ਪੁਰਾਣੇ ਢੇਰੀਆਂ ਹੋਏ। ਰੁੱਤ ਲੇਖਾ ਕਿਵੇਂ ਥੀਵੇ ਜੇ ਪੁਰਾਣਾ ਨਾ ਲੱਥੇ। ਰੁੱਤ ਇਹੀ ਕਰੇਂਦੀ ਆਈ ਏ, ਇਹਾ ਆਰ ਏ ਰੁੱਤ ਦਾ। ਹੰਡੇ ਪੁਰਾਣੇ ਲਾ ਕੇ, ਮਿੱਟੀ ਰਲਾ ਕੇ, ਹਸਤੀ ਮੁਕਾ ਕੇ ਨਵਾਂ ਜੀਵਨ ਨਵਾਂ ਰੰਗ ਰੂਪ ਦਿੰਦੀ ਹੈ।
ਰੁੱਤ ਪਾਲਦੀ ਏ, ਨਵਾਂ ਕਰਦੀ ਏ ਤੇ ਨਜ਼ਰ ਲਾਵਣ ਕੀਤੇ ਪਾਣੀ ਵਾਰਦੀ ਏ। ਅਗਲੀ ਕਰਨੀ ਵੱਲ ਟੋਰਨ ਤੋਂ ਪਹਿਲੋਂ ਜਾਓ ਅੱਜ ਜੰਮਿਓ ਪਹਿਲੀ ਲਿਖਤ ਵਿੱਚ। ਜਾਓ ਅੱਜ ਜੰਮਿਓ ਹੈ। ਜਾਓ ਅੱਜ ਜੰਮਿਓ ਪਹਿਲੀ ਲਿਖਤ ਵਿੱਚ ਜਾਓ ਅੱਜ ਜੰਮਿਓ ਹੈ। ਮਤਾ ਪਹਿਲੀ ਲਿਖਤ ਵਿੱਚ ਨਰਾਂ ਨੂੰ ਥਾਪੜਿਆ ਰੁੱਤ ਨੇ। ਵੇਲਾ ਬਦਲਣ ਨਾਲ ਰੁੱਤ ਆਪਣਾ ਵੀ ਲੇਖਾ ਕੀਤਾ ਹੈ ਤੇ ਹੁਣ ਨਾਰਾਂ ਨੂੰ ਥਾਪੜਦੀ ਹੈ। ਜੋ ਤੁਹਾਡਾ ਰੰਗ ਕੁਲ ਦਾ ਰੰਗ ਹੋਸੀ, ਤੁਹਾਡੀ ਸਾਂਝ ਸਕਤੀ ਸੋਚ ਸਾਂਝ ਬਣਾਈਏ ਤੇ ਹਰ ਵਾਰੇ ਵਰਤਾਈਏ। ਰੁੱਤ ਤੁਹਾਡੀ ਏ ਹੁਣ, ਵੇਲਾ ਤੁਹਾਡਾ ਏ ਹੁਣ। ਲਫ਼ਜ਼ ਰੰਗ ਦੇ ਢੇਰ ਅਰਥ ਹਨ, ਜਿਵੇਂ ਖੇਡ, ਤਮਾਸ਼ਾ, ਜਜ਼ਬਾ, ਅਹਿਸਾਸ, ਰੂਲਾ, ਰੂਪ, ਟੋਰਾ, ਕਰਨੀ, ਲਗਨ, ਰੀਤ, ਰਲਣ, ਰਚਨ, ਮੌਜ ਮੇਲਾ ਵੀ। ਜੇ ਰੰਗ ਖੇਡ ਹੈ ਤਾਂ ਤੁਹਾਡੀ ਖੇਡ ਨਵਾਂ ਵੇਲਾ ਰਚਸੀ ਹੁਣ। ਤੁਹਾਡੇ ਹੱਥ ਨਵੇਂ ਲੇਖ ਲਿਖਸਨ। ਪੀੜ ਸੁੰਜਾਣ ਪਾਰੂ ਤੁਸਾਂ ਮਿਲ ਕੇ ਜੂੜੀ ਬਣਿਆਓ। ਹਾਰੋ ਜੀ ਜਿਸ ਪੀੜ ਸਾਂਝ ਸੁੰਜਾਣੀ ਕੁਲ ਖਲਕਤ ਦੀ, ਉਹ ਸੰਗ ਆਰਲ ਸੀ ਤੁਹਾਡੇ। ਮੇਲ ਬੰਦ ਨਰ ਪ੍ਰਧਾਨ ਵਿਹਾਰ ਦੀ ਅਖੀਰਲੀ ਕੜੀ ਹੈ ਨਾਰ। ਨਾਰ ਦੇ ਅੰਦਰ ਸਾਂਝੀ ਕਾਵੜ ਹੈ ਜੁਗਾਂ ਦੀ, ਜਰੀ, ਹੰਡੀ, ਵਰਤੀ, ਪੀੜ ਦੀ। ਨਵੇਂ ਡੁਸ ਜੰਮਣ ਵਾਲੀ ਦੀ ਅਨ ਹੋਈ ਹਸਤੀ ਹੁਣ ਹੋਵਣ ਤੇ ਆਈਏ। ਨਾਰ ਦਾ ਉਹ ਹੋਵਣ ਜਿਸ ਨੂੰ ਵਲਾ ਪਰਚਾ ਕੇ ਅੰਦਰੇ ਡਕੀਜ ਉਹਦੀ ਸਾਰੀ ਕੀਤੀ ਆਪਣੇ ਨਾਵੇਂ ਪਈ ਲਾਈਏ ਨਰ ਨੇ ਹਰ ਵਾਰੇ। ਰੁੱਤ ਨੇ ਲੇਖਾ ਕੀਤਾ ਏ, ਪੀੜ ਸਿਆਤੀ ਏ ਤਾਂ ਪੀੜ ਸਵਾਦ ਚੱਖਿਆ ਏ। ਪੀੜ ਦਾ ਅਹਿਸਾਸ ਜਿਉਂਦਾ ਜੀ ਹੀ ਕਰ ਸਕਦਾ ਏ। ਪੀੜ ਵਿੱਚ ਰਵਣ ਈ ਜੀਵਨ ਏ। ਪੀੜ ਦੀ ਸੁੰਜਾਣ ਈ ਸਾਰ ਦਿੱਤੀ ਏ ਨਾਰ ਨੂੰ ਉਸ ਦੀ ਹੋਵਣ ਸ਼ਕਤੀ ਦੀ। ਨਾਰ ਦੀ ਮਾਂ ਵੀ ਤਾਂ ਹੈ ਜੋ ਨਵੀਂ ਉਪਜ ਕਰੇਂਦੀ ਏ। ਨਾਰ ਰੂਪ ਏ ਕਾਲ ਦਾ। ਕਾਲ ਢਾਵਣ ਦਾ ਨਿਸ਼ਾਨ ਬਣੀ, ਪਰ ਅਸਲੋਂ ਉਸ ਦਾ ਆਰ ਨਿਰਾ ਢਾਵਣ ਨਹੀਂ, ਨਵਾਂ ਵਸਾਵਣ ਵੀ ਹੈ। ਨਵਾਂ ਉਸਰਗਾ ਉਸਾਰਨ ਟੋਏ ਟਿੱਬਿਆਂ ਨੂੰ ਮੈਦਾਨ ਕਰਕੇ। ਹਰ ਜੀ ਦਾ ਆਪਣੇ ਧੁਰ ਅੰਦਰੋਂ ਕਾਲ ਰੂਪ ਸੁਚੇਤ ਕਰਨ ਹੀ ਨਵੀਂ ਰੁੱਤ ਲਿਆਵਸੀ। ਰੁੱਤ ਦੇ ਕੀਤੇ ਲੇਖੇ ਨੇ ਨਰ ਨਾਰ ਦੀ ਵੰਡ ਮੁਕਾ ਕੇ ਹਸਤੀ ਦਾ ਅਸਲ ਤੱਤ ਮੋਹਰੇ ਕੀਤਾ ਹੈ। ਉਹ ਹਸਤੀ ਜੋ ਹਿੱਕ ਬਏ ਦੀ ਪਛਾਣ ਪਾਰੂ ਬਣੀ, ਉਹ ਸੱਚ ਹੈ ਹੁਸੈਨ ਦਾ, ਉਹ ਸੱਚ ਹੈ ਵੇਲੇ ਦਾ। ਰੁੱਤ ਕਰਦੀ ਨਿਤ ਲੇਖਾ, ਰੁੱਤ ਕਰਦੀ ਨਿਤ ਲੇਖਾ।